ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੇ ਕਾਲਜ ਦੇ ਵਿਹੜੇ ਸਾਡੇ ਬਹੁਤ ਹੀ ਮਾਣਯੋਗ ਅਲੂਮਨਾਈ ਸਰਦਾਰ ਮੱਘਰ ਸਿੰਘ ਜੀ ਪਹੁੰਚੇ ਨੇ। ਸੋ ਉਹਨਾਂ ਨਾਲ ਗੱਲਾਂ ਕਰਦੇ ਹਾਂ, ਉਹਨਾਂ ਦੀਆਂ ਪੁਰਾਣੀ ਲਾਈਫ ਨੂੰ ਦੁਬਾਰਾ ਤੋਂ ਜਿਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਰਦਾਰ ਮੱਘਰ ਸਿੰਘ ਜੀ ਹੋਰਾਂ ਦਾ ਸਾਡੇ ਕਾਲਜ ਦੇ ਵਿਹੜੇ ਪਹੁੰਚਣ ਦੇ, ਉਹਨਾਂ ਦੇ ਆਪਣੇ ਕਾਲਜ ਦੇ ਵਿਹੜੇ ਪਹੁੰਚਣ ਤੇ ਨਿੱਘਾ ਸਵਾਗਤ ਹੈ ਜੀ। ਸਵਾਗਤ ਸਰ। ਬਹੁਤ ਧੰਨਵਾਦ ਜੀ, ਥੈਂਕ ਯੂ ਸਰ। ਜਿਸ ਤਰ੍ਹਾਂ ਤੁਸੀਂ ਬੜੇ ਚਿਰ ਬਾਅਦ ਆਪਣੇ ਇਸ ਕਾਲਜ ਦੇ ਵਿਹੜੇ ਆਪਣੇ ਚਰਨ ਪਾਏ ਨੇ, ਸੋ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਇਸ ਕਾਲਜ ਦੇ ਨਾਲ ਇੰਨਾ ਲੰਬਾ ਰਿਸ਼ਤਾ, ਉਹਦੇ ਬਾਰੇ ਤੁਸੀਂ ਕਿਸ ਤਰੀਕੇ ਨਾਲ ਆਪਣੇ ਰਿਸ਼ਤੇ ਨੂੰ ਦੱਸਣਾ ਚਾਹੋਗੇ ਸਾਰੇ ਵਿਦਿਆਰਥੀਆਂ ਦੇ ਨਾਲ? ਹਾਂਜੀ, ਪ੍ਰਿੰਸੀਪਲ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇਹ ਮੌਕਾ ਦਿੱਤਾ ਅਲੂਮਨਾਈ ਦੇ ਤੌਰ ਤੇ। ਮੈਂ ਅੱਜ ਤੁਹਾਡੇ ਇਸ ਪੁਰਾਣੇ ਮੇਰੇ ਮੁੱਢਲੇ ਜਿਹਨੇ ਮੈਨੂੰ ਜੀਵਨ ਦਾ ਪੱਥ, ਮੇਰਾ ਰਸਤਾ ਰਚਨਾਇਆ, ਉੱਥੇ ਪਹੁੰਚਣ 'ਤੇ ਮੈਨੂੰ ਮਾਣ ਦੇ ਰਹੇ ਹਾਂ। ਅਤੇ ਮੈਂ 68-69 'ਚ ਇੱਥੋਂ B.Ed ਕੀਤੀ ਸੀ। ਅਤੇ ਇਹ ਸਮੇਂ ਦੇ ਦਰਮਿਆਨ ਉਸ ਵੇਲੇ ਪੰਜਾਬ ਦੇ ਵਿੱਚ 4 ਕਾਲਜ ਸੀ। ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਮੈਨੂੰ ਇਹੋ ਜਿਹੇ ਚੰਗੇ ਕਾਲਜ ਦੇ ਵਿੱਚ ਦਾਖਲਾ ਮਿਲਿਆ। ਅਤੇ ਉਹ ਜਦੋਂ ਮੈਂ ਸਾਰੀ ਆਪਦਾ ਜੀਵਨ ਹੁਣ ਤੱਕ ਜਿੰਨਾ ਮੈਂ ਹੰਢਾ ਚੁੱਕਿਆ ਆਫਟਰ ਰਿਟਾਇਰਮੈਂਟ ਤੱਕ ਵੀ, ਅਤੇ ਮੈਨੂੰ ਐਂ ਲੱਗਦਾ ਵੀ ਜੇ ਮੈਂ ਕਿਤੇ ਵੀ ਤਿਲਕ ਜਾਂਦਾ ਤਾਂ ਮੈਨੂੰ ਇਸ ਕਾਲਜ 'ਚ ਦਾਖਲਾ ਨਹੀਂ ਮਿਲਣਾ ਸੀ, ਕਿਉਂਕਿ ਉਸ ਵੇਲੇ ਬਹੁਤ ਥੋੜ੍ਹੇ ਬੱਚਿਆਂ ਨੂੰ ਦਾਖਲਾ ਮਿਲਦਾ ਸੀ B.Ed ਕਾਲਜ ਦੇ ਵਿੱਚ। ਅਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਥਾਂ ਦਾ, ਅਤੇ ਗੁਰੂ ਹਰਗੋਬਿੰਦ ਸਾਹਿਬ ਦਾ, ਜਿਨ੍ਹਾਂ ਨੇ ਇਸ ਥਾਂ 'ਤੇ ਚਰਨ ਪਾਏ ਅਤੇ ਧਰਤੀ ਨੂੰ ਭਾਗ ਲਾਏ, ਅਤੇ ਸਾਡੇ ਵਰਗੇ ਬਹੁਤ ਹੀ ਛੋਟੇ ਵਿਅਕਤੀਆਂ ਨੂੰ ਐਂ ਕਹਿ ਲਓ ਵੀ ਤੁਸੀਂ ਵੀ ਬਹੁਤ ਵਧੀਆ ਥਾਂ 'ਤੇ ਪਹੁੰਚਾਇਆ ਇਸ ਥਾਂ ਨੇ, ਇਸ ਧਰਤੀ ਨੇ। ਮੈਂ ਨਮਸਕਾਰ ਕਰਦਾ ਹਾਂ ਇਸ ਧਰਤੀ ਨੂੰ। ਸਰ, ਤੁਸੀਂ 1968 ਦੇ ਸਟੂਡੈਂਟ ਰਹੇ ਇਸ ਕਾਲਜ ਦੇ। ਇਸ ਕਾਲਜ ਤੋਂ ਪੜ੍ਹ ਕੇ ਸਰ ਕਿਹੜੀਆਂ ਜਗ੍ਹਾ 'ਤੇ ਤੁਸੀਂ ਸਰਵਿਸ ਕੀਤੀ ਅਤੇ ਕਿਸ ਸਥਿਤੀ ਤੱਕ ਪਹੁੰਚੇ, ਉਹ ਸਾਡੇ ਵਿਦਿਆਰਥੀਆਂ ਨੂੰ ਜ਼ਰੂਰ ਦੱਸਿਓ ਜੀ। ਹਾਂਜੀ, ਪਿਆਰੇ ਵਿਦਿਆਰਥੀਓ, ਮੈਂ ਬਤੌਰ ਸਾਇੰਸ ਮਾਸਟਰ ਸੇਵਾ ਕੀਤੀ, ਅਤੇ ਉਹਦੇ ਵਿੱਚ ਕਿੰਨੇ ਹੀ ਸਕੂਲ ਆ ਜਾਂਦੇ ਨੇ। ਗੌਰਮੈਂਟ ਹਾਈ ਸਕੂਲ ਮਹਿਲ ਕਲਾਂ, ਕੌਰੀਆਂ ਬਤੌਰ ਹੈੱਡ, ਅਤੇ ਉਸ ਤੋਂ ਬਾਅਦ PPSC ਰਾਹੀਂ ਮੈਂ ਕਲਾਸ 1 ਵਿੱਚ ਇੰਸਪੈਕਸ਼ਨ ਕਾਡਰ 'ਚ ਹਾਜ਼ਰ ਹੋਇਆ, ਦਾਖਲ ਹੋਇਆ। ਅਤੇ ਮੈਂ ਸੰਗਰੂਰ ਜ਼ਿਲ੍ਹੇ ਵਿੱਚ ਕੰਗਣਵਾਲ ਸੀਨੀਅਰ ਸੈਕੰਡਰੀ ਵਿੱਚ ਸਕੂਲ ਵਿੱਚ 8 ਸਾਲ ਸੇਵਾ ਕੀਤੀ। ਉਹ ਸੇਵਾ 'ਚ ਕੋਈ ਮਤਲਬ ਇਸ ਤਰ੍ਹਾਂ ਹੋਇਆ, ਪਰਮਾਤਮਾ ਨੇ ਮੇਰੀ ਮਦਦ ਕੀਤੀ, ਅਤੇ ਕੋਈ ਇਹੋ ਜਿਹੀ ਐਕਟੀਵਿਟੀ ਨਹੀਂ ਸੀ ਜਿਹੜੀ ਉਸ ਕਾਲਜ 'ਚ ਨਾ, ਸਕੂਲ 'ਚ ਨਾ ਹੁੰਦੀ ਹੋਵੇ। ਅਤੇ ਮੈਂ ਉੱਥੇ ਥਾਂ ਥੋੜ੍ਹੀ ਸੀ, ਪਿੰਡ ਦੀ ਮਦਦ ਨਾਲ 20 ਵਿਗੇ ਜ਼ਮੀਨ ਪੰਚਾਇਤ ਨੇ ਡੋਨੇਟ ਕੀਤੀ। ਉੱਥੇ ਉਹਨਾਂ ਸਮਿਆਂ ਵਿੱਚ 91-92 ਦੇ ਵਿੱਚ 80 ਲੱਖ ਰੁਪਈਆ ਲੋਕਾਂ ਨੇ ਇਕੱਠਾ ਕੀਤਾ, ਅਤੇ ਬਹੁਤ ਵਧੀਆ ਬਿਲਡਿੰਗ, ਜੇ ਤੁਸੀਂ ਹੁਣ ਵੀ ਕਿਤੇ ਉਸ ਪਾਸੇ ਲੰਘੋ ਤਾਂ ਬਿਲਡਿੰਗ ਦੇਖਣ ਵਾਲੀ ਬਿਲਡਿੰਗ ਹੈ, ਅਤੇ 4 ਲੱਖ ਰੁਪਈਆ ਉੱਥੇ ਸਟੇਡੀਅਮ 'ਤੇ ਲੱਗਿਆ। ਇਹ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ ਸਿੱਖਿਆ ਦੇ ਖੇਤਰ ਦੇ ਵਿੱਚ। ਹਾਂ, ਇਹ ਸਾਰਾ ਮੈਂ ਤਾਂ ਕਰ ਸਕਿਆ ਕਿਉਂਕਿ ਪਿੰਡ ਦੇ ਲੋਕ ਸੀ ਜਿਹੜੇ ਉਹ ਐਡੇ ਵੱਡੇ ਮਤਲਬ ਵਧੀਆ ਮਤਲਬ ਹੈਲਪਫੁਲ ਸੀਗੇ। ਅਤੇ ਜਦੋਂ ਕਿਤੇ ਬਿਲਡਿੰਗ ਪਾਉਣ ਦੀ ਗੱਲ ਆਈ ਤਾਂ ਉਹਨਾਂ ਨੇ ਪਹਿਲਾਂ ਲੱਖ, ਡੇਢ, ਸਵਾ ਲੱਖ, ਉਸ ਵੇਲੇ ਕਮਰਾ 1.25 ਲੱਖ ਰੁਪਏ 'ਚ ਵਧੀਆ ਬਣ ਜਾਂਦਾ ਸੀ, ਅਤੇ ਉਹ ਆਪਣੇ ਜੇਬ 'ਚ ਸਵਾ ਲੱਖ 6-7 ਜਿਹੜੇ ਉੱਥੇ ਦੇ ਮੁਤਬਰ ਸੀ ਮੁੰਡੇ ਪਾ ਕੇ ਤੁਰੇ, ਤਾਂ ਕਿ ਇਹ ਨਾ ਕਹੇ ਸਾਨੂੰ ਕੋਈ ਵੀ ਤੂੰ ਕੀ ਪਾਇਆ। ਬਹੁਤ ਵਧੀਆ ਗੱਲ ਹੈ ਜੀ। ਸਾਰਿਆਂ ਦੇ ਸਹਿਯੋਗ ਨਾਲ ਤੁਸੀਂ ਬੜੇ ਵਧੀਆ ਤਰੀਕੇ ਨਾਲ ਸਿੱਖਿਆ ਦੇ ਖੇਤਰ 'ਚ। ਅਤੇ ਲਾਸਟ ਟਾਈਮ ਤੁਸੀਂ ਰਿਟਾਇਰ ਕਿੱਥੋਂ ਹੋਏ ਸਰ? ਮੈਂ ਲਾਸਟ ਟਾਈਮ ਦੇ ਵਿੱਚ CEO ਨਾਭਾ, ਸਰਕਲ ਐਜੂਕੇਸ਼ਨ ਆਫੀਸਰ ਨਾਭਾ, ਇਹ ਡਿਵੀਜ਼ਨ ਲੈਵਲ ਦੀ ਪੋਸਟ ਹੁੰਦੀ ਆ, ਪਰ ਇਹਦਾ ਦਫ਼ਤਰ ਨਾਭੇ ਹੈ। ਜੇ ਸਾਡੇ ਵਿਦਿਆਰਥੀਆਂ ਨੂੰ ਅਸੀਂ ਦੱਸੀਏ ਕਿ ਜਿਸ ਤਰ੍ਹਾਂ ਜ਼ਿਲ੍ਹਿਆਂ ਦੇ ਵਿੱਚ DO ਸਾਹਿਬਾਨ ਕੰਮ ਕਰਦੇ ਨੇ, ਤੁਸੀਂ DO ਦੀ ਡਿਊਟੀ ਵੀ ਨਿਭਾਈ, ਅਤੇ ਉਸ ਤੋਂ ਬਾਅਦ ਐਜ਼ ਅ CEO ਨਾਭਾ, ਜਿਵੇਂ ਪੰਜਾਬ ਨੂੰ ਸਰਕਲਸ ਵਿੱਚ ਵੰਡਿਆ ਹੋਇਆ, ਤਾਂ ਉਹਦੇ ਵਿੱਚ ਐਜ਼ ਅ CEO ਨਾਭਾ ਵੀ ਤੁਸੀਂ ਆਪਣੀਆਂ ਸੇਵਾਵਾਂ ਦਿੱਤੀਆਂ ਨੇ। ਹਾਂ, CEO ਨਾਭਾ ਦਿੱਤੀਆਂ। ਮੈਂ ਪਹਿਲਾਂ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਸੰਗਰੂਰ, ਡਿਸਟ੍ਰਿਕਟ ਐਜੂਕੇਸ਼ਨ ਅਫਸਰ ਪਟਿਆਲਾ ਵੀ ਰਿਹਾ, ਅਤੇ ਉਸ ਤੋਂ ਬਾਅਦ ਮੈਂ ਇਨ ਸਰਵਿਸ ਟ੍ਰੇਨਿੰਗ ਸੈਂਟਰ 'ਚ ਵੀ ਪ੍ਰਿੰਸੀਪਲ ਰਿਹਾ, ਅਤੇ ਡਾਈਟ ਸੰਗਰੂਰ ਵੀ 3.5 ਸਾਲ ਸੇਵਾ ਕੀਤੀ ਮੈਂ। ਅਤੇ ਉਸ ਤੋਂ ਬਾਅਦ CEO ਪਟਿਆਲਾ ਡਿਵੀਜ਼ਨ ਐਟ ਨਾਭਾ। ਓਕੇ ਜੀ, ਉਹਦਾ ਦਫ਼ਤਰ ਨਾਭੇ ਸੀ, ਇਸ ਕਰਕੇ ਐਟ ਨਾਭਾ ਕਿਹਾ। ਬਹੁਤ ਵਧੀਆ, ਬਹੁਤ ਉੱਚੀਆਂ ਬੁਲੰਦੀਆਂ ਨੂੰ ਤੁਸੀਂ ਛੋਹਿਆ ਇਸ ਕਾਲਜ ਤੋਂ ਪੜ੍ਹ ਕੇ। ਸੋ ਤੁਹਾਡੇ 1968 ਦੇ ਸੈਸ਼ਨ ਦੀ ਕੋਈ ਇਹੋ ਜਿਹੀ ਘਟਨਾ ਤੁਸੀਂ ਵਿਦਿਆਰਥੀਆਂ ਨਾਲ ਸ਼ੇਅਰ ਕਰਨੀ ਚਾਹੋ, ਜਾਂ ਸਾਡੇ ਅਲੂਮਨਾਈਜ਼ ਨਾਲ ਸ਼ੇਅਰ ਕਰਨੀ ਚਾਹੋ, ਜਿਹੜੀ ਅੱਜ ਵੀ ਤੁਹਾਨੂੰ ਯਾਦ ਹੋਵੇ, ਤੁਹਾਡੇ ਸੈਸ਼ਨ ਦੀ ਜਾਂ ਇਸ ਕਾਲਜ ਦੀ ਕੋਈ ਇਤਿਹਾਸਕ ਘਟਨਾ?
ਹਾਂ, ਬਹੁਤ ਸਾਰੀਆਂ ਘਟਨਾਵਾਂ ਨੇ ਮਤਲਬ ਜਿਹੜੀਆਂ ਇੱਥੇ ਇਸ ਇੰਸਟੀਟਿਊਸ਼ਨਸ ਮਤਲਬ ਵਧੀਆ ਵੀ ਲੱਗੀਆਂ, ਕਿਉਂਕਿ ਇੱਥੇ ਜਿਹੜੇ ਉਸ ਵੇਲੇ BS ਬਾਜਵਾ ਜੀ ਪ੍ਰਿੰਸੀਪਲ ਸੀਗੇ, ਕੋਈ ਘਟਨਾ ਵਾਪਰੀ, ਮੁੰਡੇ ਥੋੜ੍ਹੇ ਜਿਹੇ ਇਸ ਗੱਲ ਨਾਲ, ਜਿਹੜੇ ਕਾਲਜ ਦੇ ਮੁੰਡੇ ਸੀਗੇ ਉਹਨਾਂ ਨੂੰ ਥੋੜ੍ਹਾ ਜਿਹਾ ਗੁੱਸਾ ਲੱਗਿਆ ਉਸ ਗੱਲ ਦਾ, ਉਹ ਬਾਹਰਲੇ ਪ੍ਰਬੰਧਕ ਵੱਲੋਂ ਸੀ, ਅਤੇ BS ਬਾਜਵਾ ਸਾਹਿਬ ਨੇ ਇੱਕੋ ਗੱਲ ਨਾਲ ਸਾਰੀ ਗੱਲ ਨਿਬੇੜਤੀ। ਉਹ ਕਹਿੰਦੇ ਵੀ ਇਹ ਦੇਖ ਲਓ ਵੀ ਇਹ ਗੱਲ ਜੇ ਤੁਸੀਂ ਜਿੱਥੇ ਗੁੱਸਾ ਕਰ ਰਹੇ ਹੋ ਕਿਸੇ ਕਾਲਜ ਦੇ ਮੇਰੇ ਵੱਲੋਂ ਜਾਂ ਕਿਸੇ ਪ੍ਰੋਫੈਸਰ ਵੱਲੋਂ ਤਾਂ ਨਹੀਂ ਹੋਈ, ਬਾਹਰ ਤੋਂ ਹੋਈ ਹੈ, ਬਾਹਰ ਤੋਂ ਹੋਈ। ਇਸ ਕਰਕੇ ਤੁਸੀਂ ਉਹਨਾਂ ਨੇ ਸਮਝਦਾਰੀ ਦਾ ਆਪਣੀ ਦਾ ਸਬੂਤ ਦਿੰਦੇ ਹੋਏ, ਪ੍ਰੂਫ ਦਿੰਦੇ ਹੋਏ, ਗੱਲ ਇੱਕੋ ਮੁੰਡੇ ਸਿਆਣੇ ਸੀ, ਇੱਕ ਸਕਿੰਟ 'ਚ ਗੱਲ ਖਤਮ ਹੋ ਗਈ, ਨਹੀਂ ਉਹ ਗੱਲ ਵਿਗੜਦੀ ਵੀ ਜਦ ਵੀ ਸਾਡੇ 'ਚ ਨੁਕਸ ਕੱਢ ਕੇ ਦਿਖਾਓ ਕੋਈ। ਸੋ ਐਡਮਿਨਿਸਟ੍ਰੇਸ਼ਨ ਦੀ ਇੱਕ ਸਹੀ ਮਿਸਾਲ ਦਿੰਦੇ ਹੋਏ ਉਹਨਾਂ ਨੇ ਬੜੇ ਵੱਡੇ ਇਸ਼ੂ ਨੂੰ ਬੜੇ ਆਰਾਮ ਨਾਲ ਕਿਸ ਤਰ੍ਹਾਂ ਖਤਮ ਕੀਤਾ। ਹਾਂ ਬਿਲਕੁਲ, ਮੁੰਡੇ ਬੈਠੇ ਸੀ, ਉਹਨਾਂ ਨੇ ਜਾਣੀ ਆਰਾਮ ਨਾਲ ਹੀ ਗੱਲ ਕੀਤੀ, ਕਹਿੰਦੇ ਵੀ ਦੱਸੋ ਸਾਡਾ ਤਾਂ ਨਹੀਂ ਕਸੂਰ ਕੋਈ। ਜਦੋਂ ਇਹ ਕਿਹਾ ਕੋਈ ਕਸੂਰ ਹੈ ਹੀ ਨਹੀਂ ਸੀ, ਬਾਹਰੋਂ ਕਿਤੋਂ ਗੱਲ ਹੋ ਗਈ ਚਲੋ ਪ੍ਰਬੰਧਕ ਵੱਲੋਂ, ਉਹ ਕਹਿੰਦੇ ਵੀ ਉਹ ਵੱਖਰੀ ਗੱਲ ਆ। ਅਤੇ ਮੈਨੂੰ ਹੁਣ ਤੱਕ ਉਹ ਗੱਲ ਯਾਦ ਆ ਵੀ ਜਿਹੜਾ ਇੱਕ ਪ੍ਰਬੰਧਕ ਆ ਉਹ ਇਹੋ ਜਿਹੇ ਮੌਕੇ 'ਤੇ ਬੜੀ ਸ਼ਾਂਤਮਈ ਢੰਗ ਨਾਲ ਬਹੁਤ ਵੱਡੀਆਂ ਪ੍ਰੋਬਲਮਾਂ ਨੂੰ ਹੱਲ ਕਰ ਸਕਦਾ। ਬਿਲਕੁਲ ਜੀ, ਜਿਹੜੀਆਂ ਮੇਰੇ ਆਉਣ ਵਾਲੇ ਜੀਵਨ ਦੇ ਵਿੱਚ ਕੰਮ ਆਈਆਂ। ਬਿਲਕੁਲ ਜੀ, ਬਿਲਕੁਲ। ਜਿਸ ਤਰ੍ਹਾਂ ਉਦੋਂ ਉਸ ਵੇਲੇ ਜਿਹੜਾ ਪ੍ਰਬੰਧਕ ਆ ਜਾਂ ਉਸ ਪ੍ਰਿੰਸੀਪਲ ਆ ਸੰਸਥਾ ਨੂੰ ਸਾਂਭ ਕੇ ਰੱਖਦਾ, ਉਹ ਬਹੁਤ ਪੀਸਫੁਲ ਢੰਗ ਨਾਲ ਜੇ ਹੱਲ ਕਰਨਾ ਚਾਹੇ ਤਾਂ ਵੱਡੀਆਂ ਭਿਆਨਕ ਜਿਹੜੀਆਂ ਗੱਲਾਂ ਉਹ ਵੀ ਹੱਲ ਹੋ ਜਾਂਦੀਆਂ ਨੇ। ਸੋ ਜਿਹੜੇ ਵਿਦਿਆਰਥੀ B.Ed ਕਰ ਰਹੇ ਨੇ ਜਾਂ ਜਿਹੜੇ ਕਰ ਚੁੱਕੇ ਨੇ ਉਹਨਾਂ ਵਾਸਤੇ ਵੀ ਇੱਕ ਸਿੱਖ ਹੈ ਕਿ ਜਦੋਂ ਵੀ ਤੁਸੀਂ ਐਜ਼ ਅ ਕਲਾਸ ਟੀਚਰ ਜਾਂ ਕਿਸੇ ਐਜ਼ ਅ ਸਕੂਲ ਹੈਡ ਜਾਂ ਪ੍ਰਿੰਸੀਪਲ ਦੇ ਤੌਰ 'ਤੇ ਜਦੋਂ ਕਦੇ ਵੀ ਸਮੱਸਿਆ ਆਉਂਦੀ ਹੈ ਤਾਂ ਉਹਨੂੰ ਅੰਡਰਸਟੈਂਡ ਕਰਕੇ ਉਹਦਾ ਸ਼ਾਂਤਮਈ ਤਰੀਕੇ ਨਾਲ ਜੇ ਹੱਲ ਲੱਭੋਗੇ ਤਾਂ ਉਹ ਵੱਡੀ ਪ੍ਰੋਬਲਮ ਵੀ ਛੋਟੀ ਬਣ ਜਾਂਦੀ ਹੈ। ਇਹ ਜਿਹੜੀ ਸੀ ਗੱਲ ਮੇਰੇ ਕੰਮ ਹੈ, ਜਦੋਂ ਮੈਂ DO ਡਿਸਟ੍ਰਿਕਟ ਐਜੂਕੇਸ਼ਨ ਆ ਰਿਹਾ ਤਾਂ ਮੈਨੂੰ ਇਹ ਲੱਗਦਾ ਹੁੰਦਾ ਸੀ ਜੇ ਬਾਹਰ ਜਿੰਨਾ ਮਰਜ਼ੀ ਰੌਲਾ ਪੈ ਰਿਹਾ ਵੀ ਟੇਬਲ 'ਤੇ ਮੈਂ ਹਾਰਦਾ ਨਹੀਂ ਸੀ। ਬਿਲਕੁਲ ਜੀ, ਹਾਂ, ਉਹ ਤਾਂ ਰਹਿ ਜਾਂਦਾ ਮਤਲਬ ਜੇ ਅਸੀਂ ਸ਼ਾਂਤਮਈ ਹਾਂ। ਮੈਂ ਇੱਕ ਮੇਰੇ ਆਪਣੇ ਜੀਵਨ 'ਚ ਇੱਕ ਮੇਰੀ ਵੀ ਮਤਲਬ ਮੈਂ ਇੱਕ ਸਮੱਸਿਆ ਕਹਿ ਸਕਦਾ ਕਿਵੇਂ ਹੱਲ ਕਰਦਾ ਸੀ ਮੈਂ, ਵੀ ਮੇਰੇ ਦਿਮਾਗ 'ਚ ਇੱਕ ਗੱਲ ਆਉਂਦੀ ਸੀ, ਮੈਂ ਜੇ ਗੁੱਸੇ 'ਚ ਕੋਈ ਗੱਲ ਕਰਦਾ ਤਾਂ ਮੈਂ ਉੱਥੇ ਹਾਰਦਾ, ਜਿੱਥੇ ਮੈਂ ਸ਼ਾਂਤਮਈ ਢੰਗ ਨਾਲ ਕੋਈ ਗੱਲ ਕਰਦਾ ਮੈਂ ਉੱਥੇ ਜਿੱਤਦਾ, ਕਿਉਂਕਿ ਅਗਲੇ ਨੂੰ ਕਹਿਣ ਦਾ ਢੰਗ ਮਤਲਬ ਮਿਲ ਜਾਂਦਾ। ਹੋਰ ਅਗਲਾ ਕਹਿੰਦਾ ਸਾਡੀ ਪ੍ਰੋਬਲਮ ਆ ਵੀ ਹੈ। ਬਿਲਕੁਲ ਜੀ, ਬਿਲਕੁਲ। ਹਾਂ, ਜੇ ਉਹ ਪ੍ਰੋਬਲਮ ਹੱਲ ਹੁੰਦੀ ਹੈ ਤਾਂ ਜਿਹੜੀ ਪ੍ਰੋਬਲਮ ਲੈ ਕੇ ਆਏ ਨੇ ਮੇਰੇ ਕੋਲ ਕੋਈ ਵਿਅਕਤੀ, ਯੂਨੀਅਨਾਂ ਲੈ ਕੇ ਆਈਆਂ ਨੇ ਜਾਂ ਹੋਰ ਅਥਾਰਟੀ, ਉਹ ਹੱਲ ਹੋ ਜਾਂਦੀਆਂ ਸੀ। ਬਹੁਤ ਵਧੀਆ ਜੀ। ਸਰ, ਇੱਕ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਹਾਡੇ ਸੈਸ਼ਨ ਜਾਂ ਉਸ ਤੋਂ ਬਾਅਦ ਦੇ ਕੋਈ 2 ਜਾਂ 4 ਅਲੂਮਨਾਈ ਜਿਹੜੇ ਇਸ ਕਾਲਜ ਤੋਂ ਪੜ੍ਹੇ ਹੋਣ ਜਾਂ ਤੁਹਾਡੇ ਕਲਾਸਮੇਟ ਰਹੇ ਹੋਣ ਜਿਨ੍ਹਾਂ ਦਾ ਨਾਮ ਤੁਸੀਂ ਦੱਸਣਾ ਚਾਹੋਗੇ ਤਾਂ ਕਿ ਉਹ ਵੀ ਸਾਰੇ ਸਾਡੇ ਨਾਲ ਜੁੜ ਸਕਣ। ਹਾਂਜੀ, ਅਤੇ ਉਹਨਾਂ 'ਚੋਂ ਇੱਕ ਵਿਅਕਤੀ ਉਸ ਵੇਲੇ ਕਵਿਤਾਵਾਂ 'ਚ ਜਾਂ ਹੋਰ ਰਾਈਟਿੰਗ ਦੇ ਵਿੱਚ ਅੱਗੇ ਸੀ, ਅਤੇ ਸ਼ਾਇਦ ਸ਼ਮਸ਼ੇਰ ਸਿੰਘ ਉਹਨਾਂ ਦਾ ਨਾਮ ਸੀ, ਸ਼ਾਇਦ ਪੱਕਾ ਨਹੀਂ ਮੈਂ ਕਹਿ ਸਕਦਾ ਹੁਣ। ਅਤੇ ਮੇਰੇ ਨਾਲ ਇੱਕ ਮੇਰਾ ਬਹੁਤ ਨੇੜੇ ਦਾ ਮਿੱਤਰ ਸੀਗਾ, ਅਤੇ ਬਸੰਤ ਕੁਮਾਰ ਰਤਨ ਉਹਦਾ ਨਾਮ ਸੀ, ਬਰਨਾਲੇ ਤੋਂ ਸੀਗਾ। ਅਸੀਂ ਇਕੱਠੇ ਵਿਚਰਦੇ ਸੀ, ਸਾਡੀਆਂ ਗੱਲਾਂ ਅਕਸਰ ਇਉਂ ਆਉਂਦੀਆਂ ਰਹਿੰਦੀਆਂ ਸੀਗੀਆਂ, ਇਹ ਹੁੰਦੀਆਂ ਰਹਿੰਦੀਆਂ ਸੀਗੀਆਂ ਵੀ ਉਹ ਇੱਕ ਨਾਵਲ ਦਾ ਰੂਪ ਬਣ ਜਾਂਦੀਆਂ ਸੀ। ਤੁਹਾਡੀ ਤੇ ਬਸੰਤ ਕੁਮਾਰ ਰਤਨ ਜੀ ਦੀ ਜੋ ਗੱਲਬਾਤ ਹੁੰਦੀ ਸੀ, ਹਾਂ, ਨਾਵਲ ਦਾ ਰੂਪ। ਚਲੋ ਅਸੀਂ ਉਮੀਦ ਕਰਦੇ ਹਾਂ ਜੇ ਬਸੰਤ ਕੁਮਾਰ ਰਤਨ ਜੀ ਵੀ ਜਾਂ ਉਹਨਾਂ ਦੀ ਫੈਮਿਲੀ ਮੈਂਬਰ ਜਾਂ ਉਹ ਸੁਣਦੇ ਹੋਣ ਤਾਂ ਇਹ ਸੁਨੇਹਾ ਤੁਹਾਡਾ ਬਸੰਤ ਕੁਮਾਰ ਰਤਨ ਜੀ ਤੱਕ ਵੀ ਪਹੁੰਚੇ। ਹਾਂ, ਠੀਕ ਪਹੁੰਚੇ। ਉਹ ਵਿਚਾਰੇ ਹੁਣ ਸੰਸਾਰ ਛੱਡ ਚੁੱਕੇ ਨੇ, ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਜੇ ਸੁਣਨ ਤਾਂ ਸੰਸਥਾ ਨਾਲ ਜੁੜ ਸਕਣ। ਉਹਨਾਂ ਨੇ ਕਈ ਨਾਵਲ ਇਸ ਕਾਲਜ ਦੀ ਦੇਣ ਆ। ਅੱਛਾ ਜੀ। ਉਸ ਵੇਲੇ ਇੱਕ ਇਹ ਗੱਲ ਹੋਈ ਸੀ, ਇੱਥੇ ਇੱਕ ਡਾਕਟਰ ਸੀਗੇ, ਡਾਕਟਰ ਹਰੀ ਸਿੰਘ ਸੀ ਸ਼ਾਇਦ ਉਹਨਾਂ ਦਾ ਨਾਮ। ਹਾਂਜੀ। ਉਹਨਾਂ ਦੀ ਡੈਥ ਹੋ ਗਈ ਸੀ, ਪਹਿਲੇ PhD ਸੀ ਇਸ ਪਿੰਡ ਦੇ। ਉਹ ਕਹਿੰਦਾ ਵੀ ਯਾਰ ਆਪਾਂ ਵੀ ਕਿਸੇ ਦਿਨ PhD ਕਰਾਂਗੇ, ਜਾਣੀ ਜਿਵੇਂ ਗੱਲਾਂ ਜਿਵੇਂ ਕਰਦੇ ਸੀ। ਉਹ ਗੱਲ ਉਹ ਤਾਂ ਨਹੀਂ ਕਰ ਸਕੇ, ਉਹ ਤਾਂ ਲਿਖਣ ਵੱਲ ਨੂੰ ਹੋ ਗਏ। ਡਾਕਟਰ ਹਰੀ ਸਿੰਘ ਜੀ ਨਹੀਂ, ਬਸੰਤ ਕੁਮਾਰ ਰਤਨ, ਉਹਨਾਂ ਦੀ ਡੈਥ 'ਤੇ ਓਕੇ ਜੀ ਕਾਲਜ ਬੰਦ ਕੀਤਾ ਸੀ ਇੱਕ ਦਿਨ ਲਈ। ਅਤੇ ਹਰੀ ਸਿੰਘ ਸੀ ਉਹਨਾਂ ਦਾ ਨਾਂ, ਲੁਧਿਆਣੇ ਕਿਸੇ ਪੋਸਟ 'ਤੇ ਸੀਗੇ, ਸ਼ਾਇਦ ਐਜੂਕੇਸ਼ਨ ਡਿਪਾਰਟਮੈਂਟ 'ਚ ਹੀ ਸੀਗੇ ਉਹ। ਹਾਂਜੀ। ਪਰ ਐਂ ਹੋਇਆ, ਕਹਿੰਦਾ ਵੀ ਆਪਾਂ ਵੀ ਜਾਣੀ ਉਸ ਗੱਲ ਨੇ, ਚੰਗੀ ਗੱਲ ਨੇ ਮੇਰੇ ਮਨ 'ਚ ਜ਼ਿਹਨ 'ਚ ਇਹ ਗੱਲ ਪੈਦਾ ਕੀਤੀ ਵੀ ਯਾਰ ਕੀਤੀ ਜਾ ਸਕਦੀ ਹੈ। ਉਦੋਂ ਸਾਨੂੰ ਨਹੀਂ ਪਤਾ ਸੀ ਵੀ PhD ਕੀ ਹੁੰਦੀ ਹੈ, ਕਿੰਨੀ ਕਿ ਤੇ ਮਿਹਨਤ ਹੁੰਦੀ ਹੈ। ਉਹ ਤੁਹਾਡੀਆਂ ਗੱਲਾਂ ਬਾਤਾਂ ਹੀ ਤੁਹਾਨੂੰ ਉਸ ਰਸਤੇ ਤੱਕ ਲੈ ਗਈਆਂ ਡਾਕਟਰ ਬਸੰਤ ਕੁਮਾਰ ਰਤਨ ਹੋਣਾ ਨੂੰ। ਹਾਂਜੀ। ਇੱਕ ਨਾਵਲ ਉਹਨੇ ਲਿਖਿਆ ਸੱਤ ਵਿੱਢਾ ਖੂਹ ਜੀ। ਅੱਛਾ। ਉਹ ਸਿਰਫ ਜਿਹੜੀਆਂ ਅਸੀਂ ਗੱਲਾਂ ਕਰਦੇ ਰਹਿੰਦੇ ਸੀ ਉਸ 'ਤੇ ਆਧਾਰਿਤ ਸੀ। ਸੋ ਇਹ ਬਹੁਤ ਖੂਬਸੂਰਤ ਗੱਲ ਕਹੀ ਹੈ ਤੁਸੀਂ ਕਿ ਤੁਹਾਡੀਆਂ ਗੱਲਾਂ ਬਾਤਾਂ ਦਾ ਆਧਾਰ ਬਣ ਕੇ ਉਹ ਨਾਵਲ ਦੇ ਰੂਪ ਦੇ ਵਿੱਚ ਇੱਥੋਂ ਸਿਰਜਣਾ ਹੁੰਦੀ ਰਹੀ, ਤੇ ਜਿਹਨੂੰ ਬਹੁਤ ਸਾਰੇ ਪਾਠਕਾਂ ਨੇ ਪੜ੍ਹਿਆ ਵੀ ਹੋਏਗਾ। ਪੜ੍ਹਿਆ ਬਹੁਤ ਸਾਰੇ ਪਾਠਕ। ਤੇ ਸਰ, ਅਗਲੀ ਜਿਹੜੀ ਗੱਲ ਅਸੀਂ ਤੁਹਾਡੇ ਤੋਂ ਜਾਣਨੀ ਚਾਹਾਂਗੇ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕੀ ਹੋ ਚੁੱਕਿਆ ਕਿ ਬਹੁਤ ਸਾਰੇ B.Ed ਕਾਲਜ ਖੁੱਲ੍ਹ ਚੁੱਕੇ ਨੇ,
ਜਿਨ੍ਹਾਂ ਨੂੰ ਅਸੀਂ ਕਹੀਏ ਕਿ ਪੰਜਾਬ ਦੇ ਵਿੱਚ ਹਨੇਰੀ ਆ ਚੁੱਕੀ ਹੈ ਬੀਐਡ ਕਾਲਜਾਂ ਦੀ। ਤੇ ਅਜਿਹੇ ਸਮੇਂ ਦੇ ਵਿੱਚ ਤੁਸੀਂ ਕੀ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹੋਗੇ ਕਿ ਕਿਉਂ GHG ਖਾਲਸਾ ਕਾਲਜ ਆਫ ਐਜੂਕੇਸ਼ਨ ਨੂੰ ਐਜ਼ ਅ ਟੀਚਰ ਬਣਨ ਵਾਸਤੇ ਚੁਣਿਆ ਜਾਵੇ? ਤੁਹਾਡੇ ਵੱਲੋਂ ਬੱਚਿਆਂ ਲਈ ਕੀ ਸੰਦੇਸ਼ ਹੈ? ਹਾਂ, ਮੈਂ ਪ੍ਰਿੰਸੀਪਲ ਸਾਹਿਬ, ਜੋ ਅੱਜ ਦੀ ਅਲੂਮਨਾਈ ਮੀਟਿੰਗ ਸੀਗੀ ਉਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਗੱਲਾਂ ਕਹੀਆਂ ਵੀ ਅਸੀਂ ਕਿੰਨੀਆਂ ਸਹੂਲਤਾਂ ਦੇਣ ਵਾਲੇ ਹਾਂ ਜਾਂ ਦੇ ਰਹੇ ਹਾਂ। ਜਿਵੇਂ ਤੁਸੀਂ ਅੱਜ ਪਹਿਲਾਂ ਕਿਹਾ ਵੀ ਅਸੀਂ ਇੱਥੋਂ ਨੂੰ ਜਿਹੜੀ ਇੱਥੇ ਟੈਟ ਦੀ ਉਹ ਟੈਸਟ ਹੈ ਉਹਦੇ ਲਈ ਵੀ ਫ੍ਰੀ ਕੋਚਿੰਗ, ਹਾਂ ਕੋਚਿੰਗ ਲਈ ਇੰਸਟੀਟਿਊਸ਼ਨ ਖੋਲ੍ਹ ਰਹੇ ਹਾਂ। ਹੋਰ ਵੀ ਤੁਸੀਂ ਬਹੁਤ ਸਾਰੀਆਂ ਸਹੂਲਤਾਂ ਨੇ, ਖੇਡਾਂ ਦੀ ਸਹੂਲਤਾਂ, ਗਰਾਊਂਡ ਵਧੀਆ ਹੈ, ਪ੍ਰੋਫੈਸਰ ਸਟਾਫ ਚੰਗਾ ਹੈ ਇੱਥੇ ਦਾ, ਕਿਉਂਕਿ ਬਾਕੀ ਇਹ ਧਰਤੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਧੂੜ ਦਾ ਹੀ ਭਰੋਸਾ ਹੀ ਹੋਈ ਆ। ਇੱਥੇ ਬਹੁਤ ਸਾਰੀਆਂ ਗੱਲਾਂ ਜਿਵੇਂ ਮੈਂ ਕੱਲ੍ਹ ਗੱਲਾਂ ਕਰਕੇ ਚੁੱਕਿਆ ਹੁਣ ਤੁਹਾਡੇ ਨਾਲ, ਇਹ ਜਿਹੜੀ ਧਰਤੀ ਹੈ ਬਹੁਤ ਹੀ ਭਾਗਾਂ ਵਾਲੀ ਹੈ। ਜਿਹੜੀਆਂ ਜਿਵੇਂ ਨਾਵਲਾਂ ਦੀ ਗੱਲ ਕਰਦੇ ਹਾਂ, ਆਪਸ ਵਿੱਚ ਗੱਲਾਂ ਦੀ ਕਰਕੇ ਸਿਹਤ ਦੀ ਗੱਲ ਕਰਦੇ ਹਾਂ, ਇਹ ਧਰਤੀ ਤੋਂ ਹੀ ਮਿਲਦੀਆਂ ਨੇ। ਬਿਲਕੁਲ ਜੀ, ਕਿਉਂਕਿ ਜਿਹੜੀ ਉਹਨਾਂ ਦਾ ਯੋਗਦਾਨ ਹੈ, ਕਾਲਜ ਹੈ ਦੂਜੇ ਪਾਸੇ, ਅਤੇ ਕਿਉਂਕਿ ਕਿਸੇ ਵੇਲੇ ਉੱਥੇ ਬਾਬਾ ਇੱਕ ਸੀਗੇ ਡਿਗਰੀ ਕਾਲਜ ਦੇ, ਇੱਕ ਬਾਬਾ ਸੀਗਾ, ਉਹਨਾਂ ਦਾ ਨਾਮ ਭੁੱਲ ਗਿਆ, ਸ਼ਾਇਦ ਸ਼ੇਰ ਸਿੰਘ ਸੀਗਾ, ਨਿਹੰਗ ਸ਼ਮਸ਼ੇਰ ਸਿੰਘ ਜੀ, ਸ਼ਮਸ਼ੇਰ ਸਿੰਘ ਜੀ, ਜਿਨ੍ਹਾਂ ਦੀ ਦੇਣ ਨੇ ਸੰਸਥਾਵਾਂ, ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ, ਘਾਲਣਾ ਦੇ ਨਾਲ ਇਹਨਾਂ ਸੰਸਥਾਵਾਂ ਨੂੰ ਵਸਾਇਆ। ਹੁਣ ਉੱਥੇ ਕੀ ਗੱਲ ਆ, ਉਸ ਵੇਲੇ ਇੱਕ ਗੱਲ ਹੋਈ ਸੀ, ਕੋਈ ਲੈਕਚਰ ਚੱਲ ਰਿਹਾ ਸੀ, ਉਹ ਕਹਿੰਦੇ ਵੀ ਬਾਬਾ ਸ਼ਮਸ਼ੇਰ ਸਿੰਘ ਕਹਿੰਦਾ ਸੀਗਾ ਵੀ ਇੱਥੋਂ ਨਾ ਹਵਾਈ ਜਹਾਜ਼ ਉੜਿਆ ਗਾ, ਉਹ ਥਾਂ ਦੀ ਦੇਣ ਹੈ, ਉਹਨਾਂ ਦੇ ਕਹੇ ਬੋਲ ਪੁਗਾਏ ਗਏ ਨੇ। ਹਾਂ, ਉਹ ਉਸ ਵੇਲੇ ਮਤਲਬ ਆਪਣੇ ਇੱਥੇ ਨਾ ਇਹ 에ਅਰ ਫੋਰਸ ਦਾ ਜਿਹੜਾ ਹੈ ਇਹ ਸਟੇਸ਼ਨ, 에ਅਰ ਫੋਰਸ ਸਟੇਸ਼ਨ, ਹਾਂ ਉਹ ਹੈ ਨਹੀਂ ਸੀ, ਉਹਨਾਂ ਨੇ ਕਿਹਾ ਸੀ। ਮਤਲਬ ਇਹ ਤਾਂ ਦੀ ਇੰਨੀ ਇੰਟੂਇਸ਼ਨ ਪੈਦਾ ਹੋਈ ਜਾਂਦੀ, ਬੱਚੇ ਕਹਿੰਦੇ ਵੀ ਇੱਥੋਂ ਵਿਦੇਸ਼ਾਂ ਨੂੰ ਲੋਕ ਜਾਇਆ ਕਰਨਗੇ। ਉਹ ਬਾਬਾ ਨਿਹੰਗ ਸ਼ਮਸ਼ੇਰ ਸਿੰਘ ਜੀ ਦੇ ਬੋਲੇ ਹੋਏ ਭਵਿੱਖਬਾਣੀ ਸੀ, ਉਹ ਸਹੀ ਹੋਈ। ਤੇ ਇਹ ਸੰਸਥਾਵਾਂ ਸਜੀਆਂ ਤੇ ਸੰਸਥਾਵਾਂ ਦੇ ਵਿੱਚੋਂ ਪੜ੍ਹ ਕੇ ਕਿੰਨੇ ਹੀ ਵਿਦਿਆਰਥੀ ਪੰਜਾਬ ਜਾਂ ਪੰਜਾਬ ਤੋਂ ਬਾਹਰਲੇ ਰਾਜਾਂ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸੇਵਾ ਕਰ ਰਹੇ ਨੇ। ਇਹ ਇਸ ਸੰਸਥਾਵਾਂ ਦੀ ਦੇਣ ਹੈ ਬਹੁਤ ਵੱਡੀ। ਮੈਂ ਸਮਝਦਾ ਵੀ ਜੇ ਫਰਜ਼ ਕਰੋ ਸਾਨੂੰ ਕੋਈ ਹੋਰ ਥਾਂ ਮਿਲ ਜਾਂਦਾ ਫਿਰ ਸ਼ਾਇਦ ਮੈਂ ਇਸ ਲੈਵਲ ਤੇ ਨਾ ਪਹੁੰਚਦਾ, ਇਸ ਮਿੱਟੀ, ਇਸ ਚਰਨ ਧੂੜ, ਇਸ ਕਾਲਜ ਦੀ ਮਿੱਟੀ ਦੇ ਵਿੱਚ। ਇੱਕ ਸਰਦਾਰ ਮਗਰ ਸਿੰਘ ਜੀ ਹੋਰਾਂ ਤੋਂ ਪੁੱਛਣਾ ਚਾਹਾਂਗੇ ਕਿ ਤੁਸੀਂ ਬਹੁਤ ਸਾਰੇ ਅਵਾਰਡ ਵੀ ਪ੍ਰਾਪਤ ਕੀਤੇ ਨੇ। ਸੋ ਸਾਡੇ ਜਿਹੜੇ ਬੱਚੇ ਨੇ ਪੜ੍ਹ ਰਹੇ ਨੇ ਜਾਂ ਜਿਹੜੇ ਬੱਚੇ ਐਡਮਿਸ਼ਨ ਲੈਣ ਦੇ ਇੱਛੁਕ ਨੇ ਜਾਂ ਜਿਹੜੇ ਸਾਡੇ ਅਲੂਮਨਾਈ ਨੇ, ਉਹਨਾਂ ਨਾਲ ਤੁਸੀਂ ਜੋ ਮੇਨ ਅਚੀਵਮੈਂਟ ਨੈਸ਼ਨਲ ਅਵਾਰਡ ਤੱਕ ਪਹੁੰਚੇ ਹੋ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰੋਗੇ? ਹਾਂ, ਮੇਰੇ ਇੱਕ ਗੱਲ ਯਾਦ ਆ ਜਾਂਦੀ ਹੈ। ਮੇਰੇ ਫਾਦਰ ਸਾਹਿਬ ਬੜੇ ਸਿਆਣੇ ਪੁਰਸ਼ ਸੀਗੇ, ਤਾਂ ਮੈਨੂੰ ਉਹਨਾਂ ਨੇ ਮੇਰਾ ਇੱਕ ਦਿਨ ਹੱਥ ਫੜ ਕੇ ਕਹਿੰਦਾ ਵੀ ਜੇ ਇਹ ਹੱਥ ਦਾ ਖਿਆਲ ਨਾ ਰੱਖਿਆ ਤਾਂ ਇਹ ਤੇਰਾ ਖਿਆਲ ਨਹੀਂ ਰੱਖੂਗਾ। ਹਾਂ, ਮਤਲਬ ਵੀ ਹੱਥ ਨਾਲ ਕੀ ਲੈਣਾ, ਕਿਸੇ ਨੂੰ ਕੀ ਦੇਣਾ, ਕਿੰਨੀ ਫੜ ਕੇ ਕਿਤਾਬ ਫੜ ਕੇ ਮਿਹਨਤ ਕਰਨੀ ਆ, ਅਤੇ ਮਤਲਬ ਇਹ ਜਿਹੜੀ ਇਹ ਹੱਥ ਦੇ ਵਿੱਚ ਕੀ ਖਾਣਾ, ਕੀ ਪੀਣਾ, ਕੀ ਚੰਗਾ ਜਾਂ ਮਾੜਾ, ਇਹ ਸਾਰਾ ਹੱਥ ਨਾਲ ਹੀ ਸਾਡੇ ਅੰਦਰ ਜਾਂਦਾ। ਹੱਥ ਨਾਲ ਹੀ ਕਿਤਾਬ ਫੜ ਕੇ ਅਸੀਂ ਇਹਨੂੰ, ਜੇ ਹੱਥ ਦਾ ਅਸੀਂ ਖਿਆਲ ਰੱਖਾਂਗੇ ਇਸਦਾ, ਤਾਂ ਸਾਨੂੰ ਜਿਹੜੀ ਹੈ ਐਜੂਕੇਸ਼ਨ ਜਾਂ ਹੱਥ 'ਚ ਟੀਚਰ ਦਾ ਫਰਜ਼ ਕਰੋ, ਅਧਿਆਪਕ ਹੈ, ਜੇ ਅਧਿਆਪਕ ਦੀ ਗੱਲ ਸੁਣਾਂਗੇ ਨਹੀਂ ਅਸੀਂ, ਡਾਇਲੋਗ ਨਹੀਂ ਹੋਊ ਅਧਿਆਪਕ ਦੇ ਨਾਲ ਅਸੀਂ ਗੱਲ ਕਰ ਸਕਦੇ, ਅਤੇ ਜਿਹੜਾ ਆਉਣ ਵਾਲਾ ਸਮਾਂ ਉਹ ਇੰਨਾ ਸੁਨਹਿਰੀ ਨਹੀਂ ਹੋ ਸਕਦਾ ਜਿੰਨਾ ਹੋਣਾ ਚਾਹੀਦਾ। ਮੇਰੀ ਜਿਹੜੀ ਹੱਥ ਵਾਲੀ ਗੱਲ ਮੈਂ ਕਹਿਣਾ ਵੀ ਇਹਦੇ ਵੀ ਬੱਚਿਆਂ ਨੂੰ ਨਸ਼ੇ ਤੋਂ ਬਚਣਾ ਚਾਹੀਦਾ। ਬਹੁਤ ਵੱਡਾ ਛੇਵਾਂ ਦਰਿਆ ਵਗ ਰਿਹਾ। ਹਾਂ, ਛੇਵਾਂ ਦਰਿਆ ਵਗ ਰਿਹਾ ਵੀ ਜੇ ਇਸ ਪੜ੍ਹਾਈ ਦੇ ਮੌਕੇ ਹੀ ਬੱਚੇ ਨਸ਼ੇ ਵੱਲ ਹੋ ਗਏ ਜਾਂ ਹੋ ਰਹੇ ਨੇ, ਜਾਂ ਇਹ ਕੋਈ ਆਦਤਾਂ ਮਾੜੀਆਂ ਪਾ ਲੈਂਦੇ ਨੇ, ਇਹ ਸਾਰੀਆਂ ਹੀ ਆਉਣ ਵਾਲੇ ਸਮੇਂ ਲਈ ਘਾਤਕ ਹੁੰਦੀਆਂ ਨੇ। ਯਾਨੀ ਮੈਂ ਤਾਂ ਇਹੀ ਕਹਿਣਾ ਵੀ ਜਿਹੜੀ ਉਹ ਗੱਲ ਉਹਨਾਂ ਨੇ ਮੈਨੂੰ ਕਹੀ ਸੀ ਵੀ ਤੇ ਆਪਦੇ ਹੱਥ ਦਾ ਖਿਆਲ ਰੱਖਣਾ। ਹੱਥ ਦੇ ਨਾਲ ਅਸੀਂ ਚੰਗੀ ਚੀਜ਼ ਵੀ ਖਾਂਦੇ ਹਾਂ ਅਤੇ ਭੈੜੀ ਤੋਂ ਭੈੜੀ ਵੀ ਖਾਂਦੇ ਹਾਂ। ਇਸ ਕਰਕੇ ਘੱਟੋ ਘੱਟ ਮੈਂ ਕਹੂੰਗਾ ਵੀ ਹੱਥ ਦੇ ਨਾਲ, ਇਸ ਪਵਿੱਤਰ ਹੱਥ ਦੇ ਨਾਲ ਨਸ਼ਾ ਨਾ ਤੁਹਾਡੇ ਮੂੰਹ 'ਚ ਜਾਵੇ। ਬਹੁਤ ਵੱਡੀ ਸਿੱਖਿਆ ਦੇ ਰਹੇ ਹੋ ਤੁਸੀਂ ਬੱਚਿਆਂ ਵਾਸਤੇ ਕਿ ਕਿਵੇਂ ਨਸ਼ੇ ਤੋਂ ਦੂਰ ਰਹਿ ਸਕਦੇ ਹੋ, ਕਿਵੇਂ ਬਚ ਸਕਦੇ। ਮੈਂ ਬਚਿਆ ਰਿਹਾ ਇਸ ਗੱਲ ਤੋਂ ਫਰਜ਼ ਕਰੂੰ। ਮੇਰੇ ਫਾਦਰ ਨੇ ਕਹਤਾ ਵੀ ਜਿਹੜਾ ਖਾਣਾ ਪੀਣਾ ਇਹ ਹੱਥ ਨਾਲ, ਜੇ ਇਹਦਾ ਖਿਆਲ ਨਹੀਂ ਰੱਖਾਂਗੇ ਅਸੀਂ ਤਾਂ ਇਹ ਸਾਡਾ ਖਿਆਲ ਤੁਹਾਨੂੰ ਭੁਗਤਣਾ ਪਏਗਾ ਉਸ ਚੀਜ਼। ਤੁਸੀਂ ਆਪਣੇ ਅਵਾਰਡ ਬਾਰੇ ਜ਼ਰੂਰ ਦੱਸਿਓ ਸਰ, ਜੋ ਤੁਸੀਂ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਅਵਾਰਡ ਪ੍ਰਾਪਤ ਕੀਤੇ ਨੇ। ਮੈਂ ਸਟੇਟ ਲੈਵਲ ਤੇ ਮਤਲਬ ਸਟੇਟ ਅਵਾਰਡ ਕਹਿੰਦੇ ਆ ਉਸਨੂੰ, ਉਹ ਮਿਲਿਆ ਪੰਜਾਬ ਗੌਰਮੈਂਟ ਵੱਲੋਂ। ਅਤੇ ਹੋਰ ਕੰਮ ਕਰਦਾ ਰਿਹਾ ਮੈਂ, ਜਿਵੇਂ ਉੱਥੇ ਸਕੂਲ ਦੀ ਬਿਲਡਿੰਗ ਬਣਾਈ, ਕਈ ਸਕੂਲਾਂ 'ਚ ਹੋਰ ਵੀ ਕਈ ਪਿੰਡ ਤੋਂ ਜ਼ਮੀਨ ਲੈ ਕੇ ਵੀ ਦਿੱਤੀ ਉਹਨਾਂ ਨੂੰ। ਅਤੇ ਚਲੋ ਖੈਰ, ਅੱਛਾ ਜਿਹੜਾ ਸਾਡਾ ਸਕੂਲ ਸੀਗਾ ਉਹਦੇ 'ਚ ਕੋਈ ਐਕਟੀਵਿਟੀ ਜਿਹੜੀ ਹੈ ਸਕੂਲਾਂ 'ਚ ਚੱਲ ਸਕਦੀ ਸੀ, ਇਹੋ ਜਿਹੀ ਐਕਟੀਵਿਟੀ ਕੋਈ ਨਹੀਂ ਜਿਹੜੀ ਇੱਥੇ ਨਾ ਚਲਾਈ ਜਾ ਸਕਦੀ ਹੋਵੇ। ਯਾਨੀ ਸਾਰੀਆਂ ਹੀ ਐਕਟੀਵਿਟੀਆਂ ਚੱਲਦੀਆਂ ਸੀ ਉੱਥੇ। ਇਹ ਸੀਗੇ ਬੱਚਿਆਂ ਦੇ ਰਿਜ਼ਲਟ ਚੰਗੇ ਆਉਂਦੇ ਸੀ, ਬਿਲਡਿੰਗ ਵਧੀਆ ਸੀ, ਅਤੇ ਜ਼ਮੀਨ ਸਕੂਲ ਨਵਾਂ ਮਤਲਬ ਸਾਰਾ
ਬਣਾਇਆ ਤੇ ਉਹਦੇ ਨਾਲ ਮੇਰੇ ਮਤਲਬ ਵੱਡੇ ਲੈਵਲ ਤੇ ਮੇਰਾ ਨਾਂ ਗਿਆ ਤੇ ਫਿਰ ਨੈਸ਼ਨਲ ਅਵਾਰਡ ਮਿਲਿਆ ਮੈਨੂੰ। ਤੁਹਾਨੂੰ ਨੈਸ਼ਨਲ ਅਵਾਰਡ ਨਾਲ ਨਵਾਜਿਆ ਗਿਆ। ਹਾਂ, ਨੈਸ਼ਨਲ ਅਵਾਰਡ। ਬਹੁਤ ਬਹੁਤ। ਫਿਰ ਮੈਂ ਜਦੋਂ CEO ਸੀਗਾ ਉਸ ਵੇਲੇ ਵੀ ਮੈਂ ਲਗਾਤਾਰ ਉਹਦੇ 'ਚ ਐਕਸ਼ਨ 'ਚ ਰਿਹਾ ਤੇ ਫਿਰ ਮੈਨੂੰ ਗਵਰਨਰ ਅਵਾਰਡ ਮਿਲਿਆ। ਬਹੁਤ ਵੱਡੀ ਅਚੀਵਮੈਂਟ ਹੈ ਜੀ। ਸਟੇਟ ਅਵਾਰਡ, ਫਿਰ ਨੈਸ਼ਨਲ ਅਵਾਰਡ ਤੇ ਫਿਰ ਗਵਰਨਰ ਅਵਾਰਡ ਦੇ ਨਾਲ ਤੁਹਾਨੂੰ ਨਵਾਜਿਆ ਗਿਆ। ਨਵਾਜਿਆ ਗਿਆ ਤੇ ਮੈਂ ਇੱਕ ਸਕਾਊਟ ਗਾਈਡ ਦੇ ਵਿੱਚ ਐਡਵਾਂਸ ਕਮਿਸ਼ਨਰ ਟ੍ਰੇਨਿੰਗ ਹੁੰਦੀ ਆ, ਉਹ ਵੀ ਮੈਂ ਮੱਧ ਪ੍ਰਦੇਸ਼ ਦੇ ਜੰਗਲਾਂ ਜਾ ਕੇ ਉਹ ਲੈ ਕੇ ਆਇਆ, ਉੱਥੋਂ ਸਰਟੀਫਿਕੇਟ ਲੈ ਕੇ ਆਇਆ ਉੱਥੋਂ। ਸੋ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਸਰਦਾਰ ਮਗਰ ਸਿੰਘ ਹੋਣਾ ਦੀਆਂ ਇਸ ਸੰਸਥਾ ਤੋਂ ਪੜ੍ਹ ਕੇ। ਇੰਨੇ ਲੰਬੇ ਸਫ਼ਰ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਜਿਹੜੀਆਂ ਹੈਗੀਆਂ ਨੇ ਅਚੀਵਮੈਂਟ ਇਹਨਾਂ ਨੇ ਪ੍ਰਾਪਤ ਕੀਤੀਆਂ ਨੇ। ਤੇ ਹੁਣ ਸਰ ਇੱਕ ਆਖਰੀ ਸਵਾਲ ਤੁਹਾਡੇ ਨਾਲ ਜੋ ਮੈਂ ਸਾਂਝਾ ਕਰਨਾ ਚਾਹਾਂਗਾ ਕਿ ਤੁਸੀਂ, ਇੱਕ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਆਪਣੀ ਅਲੂਮਨਾਈ ਐਸੋਸੀਏਸ਼ਨ ਨਾਲ ਇਸੇ ਤਰੀਕੇ ਨਾਲ ਸਰਗਰਮ ਹੋ ਕੇ ਜੁੜੇ ਰਹੋਗੇ ਤੇ ਅਲੂਮਨਾਈ ਐਸੋਸੀਏਸ਼ਨ ਨੂੰ ਹੋਰ ਵਧੀਆ ਤਰੀਕੇ ਨਾਲ ਸਰਗਰਮ ਕਰਨ ਲਈ ਤੁਹਾਡਾ ਕੋਈ ਇੱਕ ਸੁਝਾਅ ਸਰ? ਹਾਂ, ਮੈਨੂੰ ਬਹੁਤ ਖੁਸ਼ੀ ਹੈ ਤੁਸੀਂ ਮੈਨੂੰ ਇੰਨਾ ਵੱਡਾ ਮੇਰੇ ਤੇ ਮਾਣ ਕਰ ਰਹੇ ਹੋ ਤੇ ਮੈਂ ਇਹੀ ਸੋਚਦਾ ਇਸ ਗੱਲ 'ਚ ਵੀ ਇਹ ਜਿਹੜੀਆਂ ਮੀਟਿੰਗਸ ਹੁੰਦੀਆਂ ਰਹਿਣ। ਹਾਂਜੀ। ਤੇ ਪਹਿਲਾਂ ਕੁਝ ਪੁਆਇੰਟ ਜਿਹੜੇ ਆਦਮੀ ਸੱਦਣੇ ਨੇ ਜਿਹੜੇ ਲੈਕਚਰ ਦੇ ਨੇ ਉਹਨੂੰ ਲਿਖ ਦਿੱਤਾ ਜਾਵੇ, ਤੁਸੀਂ ਇਸ ਤੇ ਸੋਚ ਕੇ ਆਇਓ। ਬਹੁਤ ਵਧੀਆ ਜੀ, ਬਹੁਤ ਵਧੀਆ ਸੁਜੈਸ਼ਨ ਹੈ ਤੁਹਾਡਾ ਕਿ ਅਸੀਂ ਪਹਿਲਾਂ ਹੀ ਉਹ ਏਜੰਡਾ ਸਾਰੇ ਜਿਹੜੇ ਸਾਡੇ ਪੁਰਾਣੇ ਵਿਦਿਆਰਥੀ ਉਹਨਾਂ ਨਾਲ ਸਾਂਝਾ ਕਰੀਏ ਤਾਂ ਜੋ ਹੋਰ ਵਧੀਆ ਤਰੀਕੇ ਨਾਲ ਸਿਰ ਜੋੜ ਕੇ ਅਸੀਂ ਡਿਸਕਸ਼ਨ ਵੀ ਕਰ ਸਕੀਏ, ਚਰਚਾ ਵੀ ਕਰ ਸਕੀਏ ਤੇ ਨਾਲ ਦੀ ਨਾਲ ਪੁਰਾਣੀਆਂ ਅਸੀਂ ਯਾਦਾਂ ਨੂੰ ਤਾਜ਼ਾ ਵੀ ਕਰ ਸਕੀਏ। ਹਾਂ, ਕਿਉਂਕਿ ਜਦੋਂ ਮਤਲਬ ਔਨ ਦੀ ਸਪੌਟ ਤੁਸੀਂ ਕੋਈ ਪੁਆਇੰਟ ਦਿੰਦੇ ਹੋ ਉੱਥੇ ਆ ਕੇ ਗੱਲ ਕਰਦੇ ਆ, ਉਹ ਗੱਲ ਨਹੀਂ ਬਣਦੀ ਹੈਗੀ। ਹਾਂਜੀ। ਆਦਮੀ ਪਹਿਲਾਂ ਥਿੰਕ ਕਰਕੇ ਆਉਂਦਾ ਵੀ ਆਹ ਪ੍ਰੋਬਲਮ ਨੇ, ਇਹਨੂੰ ਕਿਵੇਂ ਸੌਖੇ ਤਰ੍ਹਾਂ ਹੱਲ ਕੀਤਾ ਜਾ ਸਕਦਾ। ਬਹੁਤ ਵਧੀਆ ਸੁਜੈਸ਼ਨ ਹੈ ਤੁਹਾਡੇ। ਉਹ ਲਿਖਤੀ ਰੂਪ ਏਜੰਡਾ ਸਾਨੂੰ ਪਹਿਲਾਂ ਹੋਣਾ ਚਾਹੀਦਾ। ਤੁਹਾਡੇ ਆਪਣੀ ਸੰਸਥਾ ਦੇ ਵਿੱਚ ਪਹੁੰਚਣ ਤੇ ਸਾਡੇ ਨਾਲ ਆਪਣਾ ਕੀਮਤੀ ਸਮਾਂ ਬਿਤਾਉਣ ਤੇ ਸਾਡੇ ਸਾਰਿਆਂ ਵੱਲੋਂ, ਸਮੁੱਚੀ ਮੈਨੇਜਮੈਂਟ ਵੱਲੋਂ, ਸਟਾਫ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਪ੍ਰਿੰਸੀਪਲ ਸਾਹਿਬ ਬਹੁਤ ਬਹੁਤ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ। ਧੰਨਵਾਦ। ਥੈਂਕ ਯੂ। ਤੇ ਮੈਂ ਰਛਪਾਲ ਸਿੰਘ ਦਾ ਹੀ ਧੰਨਵਾਦ ਕਰਦਾ ਕਿਉਂਕਿ ਮੈਂ ਜਿਸ ਨੇ ਇੱਥੇ ਪਹਿਲਾਂ ਆਇਆ ਸੀ ਉਹਨਾਂ ਨਾਲ ਮੈਂ ਗੱਲ ਕੀਤੀ ਵੀ ਮੈਂ ਇੱਥੇ ਰਿਹਾ। ਚਲੋ ਉਹਨਾਂ ਨੇ ਸਾਡੇ ਨਾਲ ਅੱਗੇ ਜਾਣ ਪਛਾਣ ਕਰਾਈ ਮੇਰੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ। ਤੁਸੀਂ ਇਸੇ ਤਰੀਕੇ ਨਾਲ ਆਪਣੀ ਸੰਸਥਾ ਨਾਲ ਜੁੜੇ ਰਹਿਣਾ। ਧੰਨਵਾਦ ਜੀ। ਥੈਂਕ ਯੂ।